ਪੇਂਡੂ ਦਸਤਕਾਰ ਦੀ ਸ਼ਾਨਦਾਰ ਪਰੰਪਰਾ ਵਿੱਚ ਦਰੀ ਔਰਤ ਦੇ ਹੁਨਰ ਦੀ ਵੱਡੀ ਪਛਾਣ ਹੈ। ਦਰੀ ਕੇਵਲ ਵਿਛਾਉਣਾ ਹੀ ਨਹੀਂ, ਕਲਾਕ੍ਰਿਤੀ ਵੀ ਹੈ। ਕਲਾ ਭਵਨ ਵਿੱਚ ਸਾਂਭਣ ਤੇ ਵੇਖਣ ਵਾਲੀ। ਜਦੋਂ ਆਪਾਂ ਦਰੀ ਬਾਰੇ, ਇਹਦੇ ਸ਼ਬਦ ਬਾਰੇ ਵੀ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਇੱਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਸਤਰੀਮਨ, ਉਹ ਸੰਸਕ੍ਰਿਤ 'ਚ ਆਉਂਦਾ ਤਾਂ ਉਹ ਸਤਰੀ ਬਣ ਜਾਂਦਾ, ਇਸਤਰੀ, ਤੇ ਪੰਜਾਬੀ 'ਚ ਆਉਂਦਾ ਤਾਂ ਉਹ ਦਰੀ ਬਣ। ਪੰਜਾਬੀ ਸਮਾਜ ਵਿੱਚ ਦਰੀ ਬੁਣਨਾ ਘਰ ਦੀਆਂ ਸੁਆਣੀਆਂ ਲਈ ਨਿੱਤ ਦੇ ਰੁਝੇਵੇਂ ਦਾ ਹਿੱਸਾ ਹੁੰਦਾ ਸੀ। ਦਰੀ ਧੀ ਦੇ ਦਾਜ ਵਿੱਚ ਗਹਿਣਿਆਂ ਵਾਂਗ ਦਿੱਤੀ ਜਾਂਦੀ ਸੀ। ਜੇ ਅਸੀਂ ਮਾਲਵੇ ਦੇ ਵਿੱਚ ਦੇਖੀਏ ਤਾਂ ਜਿੰਨੀ ਸਾਡੇ ਕੋਲ ਕਲਾ ਵਿਕਸੀ ਹੈ, ਇਹ ਦਸਤਕਾਰੀ ਦੀ ਜਿਹੜੀ ਸਾਡੀ ਘਰੇਲੂ ਦਸਤਕਾਰੀ ਹੈ, ਉਹ ਔਰਤਾਂ ਦੇ ਹੱਥਾਂ 'ਚ ਵਿਕਸੀ ਹੈ। ਦਰੀ ਦੀ ਕਲਾ ਤਾਂ ਵੈਸੇ ਹੀ ਖਾਸ ਕਰਕੇ ਔਰਤਾਂ ਦੇ ਹੱਥਾਂ 'ਚ ਰਹੀ ਹੈ। ਦਾਜ 'ਚ ਜਿਵੇਂ ਹੁਣ ਦਰੀਆਂ, ਖੇਸ, ਪੱਖੀਆਂ ਨਾਲੇ ਬੁਣ ਕੇ ਦਿੰਦੀ ਤੀ ਅਗਲੀ, ਫਿਰ ਸੀਨਰੀਆਂ ਬਣਾ ਲਾਂਦੀ ਤੀ, ਤੇ ਆਹ ਰਜਾਈਆਂ, ਗਦੈਲੇ ਘਰ ਦੇ ਸਰਾਣੇ ਸਾਰਾ ਆਪਦੇ ਘਰ ਦਾ ਬਣਾ ਕੇ ਦਿੰਦੀ। ਆਪਣਾ ਦਾਜ ਸਾਰਾ ਬਣਾਇਆ, ਮਾਰਾਂ ਦੀਆਂ ਭੈਣਾਂ ਛੋਟੀਆਂ ਸੀਗੀਆਂ, ਉਹਨਾਂ ਦੇ ਬਣਾਏ, ਸਾਰਾ ਕੁਛ ਕੀਤਾ ਸੀਗਾ। ਬਚਪਨ ਤੋਂ ਮਤਲਬ ਸ਼ੌਂਕ ਸੀਗਾ, ਅਸੀਂ ਬਣਾਉਂਦੇ ਸੀ। ਸੋ ਸੱਤ ਘਰ ਦਾ ਹੁੰਦਾ ਸੀ ਸਾਡਾ, ਕੱਤ ਮੇਰੀ ਮੰਮੀ ਦਿੰਦੀ ਸੀ, ਤੇ ਬਸ ਕੱਤ ਉਹਨੇ ਦੇਣਾ, ਬਾਕੀ ਅਸੀਂ ਫਿਰ ਰੰਗਣਾ ਰੰਗਾਉਣਾ ਸਾਰਾ ਕੰਮ ਆਪ ਹੀ ਕਰਦੇ ਸੀ ਅਸੀਂ ਤਾਂ। ਹਾਂਜੀ, ਦਰੀਆਂ ਬਣਾਉਣੀਆਂ, ਫਿਰ ਰੰਗ ਰੰਗਾ ਕੇ। ਪੰਜਾਬ ਅਜਿਹੀ ਭੂਗੋਲਿਕ ਇਕਾਈ ਹੈ ਜਿਸ ਦੀ ਆਬੋ ਹਵਾ ਸਦਕਾ ਇਸ ਦਾ ਮਾਲਵਾ ਇਲਾਕਾ ਕਪਾਹ ਪੱਟੀ ਵਜੋਂ ਵਿਕਸਿਤ ਹੋਇਆ ਹੈ। ਨਰਮਾ, ਕਪਾਹ ਦਰੀ ਬਣਾਉਣ ਲਈ ਮੁੱਢਲੀ ਸਮੱਗਰੀ ਹੈ। ਕਪਾਹ ਵੀ ਮੇਰੀ ਮੰਮੀ ਦੇ ਘਰੇ ਬੀਜਦੇ ਹੁੰਦੇ ਸੀ ਆਪਣੀ। ਅਸੀਂ ਕਪਾਹ ਬੀਜਣੀ, ਕੱਤਣੀ, ਚੁਣਨੀ, ਫਿਰ ਅਸੀਂ ਚੁਣ ਕੇ ਲਿਆਉਣੀ, ਸਾਰਾ ਕੁਛ ਕਰਨਾ। ਉਹ ਪਹਿਲਾਂ ਹੀ ਬਣਾਉਣੀ, ਫਿਰ ਪੰਜਾ ਕੇ ਲਿਆਉਣੀ, ਫਿਰ ਮੰਮੀ ਨੇ ਕੱਤਣਾ, ਫਿਰ ਆਪਾਂ ਦਰੀਆਂ ਹੁੰਦੀਆਂ। ਦਰੀਆਂ ਬਹੁਤ ਹੋਈਆਂ ਸੀ। ਔਰਤਾਂ ਨੇ ਆਪਣੇ ਸੁਹਜ ਅਤੇ ਕਲਾਕਾਰੀ ਰਾਹੀਂ ਬਿਸਤਰਿਆਂ ਵਿੱਚ ਆਮ ਦਰੀ ਨੂੰ ਇਉਂ ਰੰਗੀਲੀ ਬਣਾ ਲਿਆ ਕਿ ਦਾਜ ਅਤੇ ਦਰੀ ਦੀ ਗੂੜੀ ਸਕੀਰੀ ਤੁਰ ਪਈ। ਪਰ ਸਮੇਂ ਦੇ ਬਦਲਣ ਨਾਲ ਔਰਤਾਂ ਵਿੱਚ ਦਰੀਆਂ ਬੁਣਨ ਦੇ ਰੁਝਾਨ ਵਿੱਚ ਬਹੁਤ ਕਮੀ ਆ ਗਈ ਤੇ ਲੋਕ ਕਲਾ ਲਗਭਗ ਖਤਮ ਹੋ ਚੱਲੀ ਸੀ। ਪਰ ਪੰਜਾਬ ਦੇ ਪਿੰਡ ਬੜਵਾਲ ਵਿੱਚ ਕਿਰਨ ਜੀ ਦੇ ਆਉਣ ਨਾਲ ਇਸ ਨੂੰ ਨਵੀਂ ਜ਼ਿੰਦਗੀ ਮਿਲ ਗਈ। ਮੈਂ ਔਰ ਮੇਰੇ ਹਸਬੈਂਡ ਇੱਥੇ ਆਏ ਸੀਗੇ ਰਿਟਾਇਰਮੈਂਟ ਤੋਂ ਬਾਅਦ, अर्ਲੀ ਰਿਟਾਇਰਮੈਂਟ ਤੋਂ ਬਾਅਦ, ਆਪਣੀ ਜ਼ਮੀਨ ਸਾਂਭਣ, ਖੇਤੀ ਕਰਨ ਔਰ ਆਪਣੀ ਜ਼ਮੀਨਾਂ ਨੂੰ ਦੇਖਣ। ਸੋ ਮੈਂ ਵੀ ਉਹਨਾਂ ਦੇ ਨਾਲ ਆ ਗਈ ਔਰ ਇੱਥੇ ਮੈਨੂੰ ਇੰਟਰਸਟ ਸੀਗਾ ਆਰਟ ਨਾਲ ਔਰ ਕ੍ਰਾਫਟ ਨਾਲ ਇਨ ਚੀਜ਼। ਤੋ ਆਸ-ਪਾਸ ਸਾਡੇ 3 ਪਿੰਡ ਹੈਗੇ ਨੇ। ਸੋ ਮੈਂ ਇਹ ਸੋਚਿਆ ਕਿ ਇਤਨੀ ਅਕੇਲੀ ਕੱਲੀ ਜਗ੍ਹਾ 'ਚ ਰਹਿ ਕੇ ਮੈਨੂੰ ਵੀ ਆਪਣਾ ਕੁਛ ਇਨਵੋਲਵਮੈਂਟ ਚਾਹੀਦੀ ਕਮਿਊਨਿਟੀ ਦੇ ਨਾਲ, ਔਰ ਇਸ ਕਰਕੇ ਮੈਂ ਆਈ ਥੋਟ ਕਿ ਥਰੂ ਆਰਟ ਐਂਡ ਕ੍ਰਾਫਟ ਮੈਂ ਕੁਛ ਕਰ ਸਕਾਂ ਔਰ ਇਨ ਲੇਡੀਜ਼ ਨੂੰ ਕੁਛ ਲਾਈਵਲੀਹੁੱਡ ਦੇ ਸਕਾਂ, ਜਿਹੜਾ ਕਿ ਐਗਰੀਕਲਚਰ ਨਾਲ ਰਿਲੇਟਡ ਨਹੀਂ ਹੈ, ਐਗਰੀਕਲਚਰ ਤੋਂ ਇਲਾਵਾ। ਕਿਰਨ ਜੀ ਨੇ ਜਦੋਂ ਅਲੱਗ-ਅਲੱਗ ਕੰਮਾਂ ਵਿੱਚ ਰੁੱਝੀਆਂ ਔਰਤਾਂ ਕੋਲ ਕਢਾਈ ਦੇ ਕੰਮ ਲਈ ਪਹੁੰਚ ਕੀਤੀ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ ਕਿ ਇਸ ਕੰਮ ਦੇ ਵੀ ਪੈਸੇ ਮਿਲਣਗੇ। ਜਦੋਂ ਪਹਿਲੀ ਵਾਰੀ ਉਹ ਕੰਮ ਲੈ ਕੇ ਆਈਆਂ ਵਾਪਸ, ਮੈਂ ਇਹਨਾਂ ਨੂੰ ਇੱਕ ਸੈਂਪਲ ਕਢਾਈ ਔਰ ਉਹ ਸਾਰਾ ਕੁਛ ਦਿੰਦੀ ਸੀਗੀ, ਸੈਂਪਲ ਕੱਪੜਾ ਵੀ, ਔਰ ਇਹ ਕਰਕੇ ਲਿਆਂਦੀਆਂ ਸੀ ਵਾਪਸ। ਪਹਿਲੀ ਵਾਰੀ ਜਦੋਂ ਲੈ ਕੇ ਆਈਆਂ ਨੇ ਔਰ ਉਹਨਾਂ ਨੂੰ ਮੈਂ ਪੇਮੈਂਟ ਦਿੱਤੀ ਹੈਗੀ ਹੈ, ਉਦੋਂ ਇਹਨਾਂ ਨੂੰ ਸਮਝ ਆਇਆ ਕਿ ਸ਼ਾਇਦ ਇਹ ਕੰਮ ਅੱਗੇ ਤੁਰੇਗਾ। ਔਰ ਉਸ ਤੋਂ ਬਾਅਦ ਮੇਰੇ ਕੋਲ ਬਹੁਤ ਲੇਡੀਜ਼ ਆਉਣਾ ਸ਼ੁਰੂ ਹੋ ਗਈ। ਮੈਂ ਜਦੋਂ ਕੰਮ ਨਹੀਂ ਕਰਦੀ ਸੀ, ਮੇਰੇ 2 ਬੱਚੇ ਆ, ਇੱਕ ਬੇਟੀ ਹੈ, ਉਹ ਅੰਮ੍ਰਿਤਸਰ ਜੀਐਨਐਮ ਦੀ ਪੜ੍ਹਾਈ ਕਰ ਰਹੀ ਹੈ, ਤੇ ਬੇਟਾ ਸਟੱਡੀ ਲਈ ਆਸਟ੍ਰੇਲੀਆ ਚਲੇ ਗਿਆ। ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ। ਘਰ ਵਿੱਚ ਪੂਰਾ ਦਿਨ ਇਕੱਲਾ ਰਹਿਣਾ, ਹਸਬੈਂਡ ਮੇਰੇ ਕੰਮ ਚਲੇ ਜਾਂਦੇ ਨੇ, ਪੂਰਾ ਟਾਈਮ ਮੈਂ ਇਕੱਲਾ ਰਹਿੰਦੀ ਸੀ। ਇਕੱਲੇ ਰਹਿਣ ਕਰਕੇ ਮੈਨੂੰ ਪੂਰਾ ਬੋਰ ਲਾਈਫ ਹੋ ਗਈ ਸੀ ਮੇਰੀ। ਤੇ ਫਿਰ ਮੈਂ ਸੋਚਿਆ ਵੀ ਮੈਨੂੰ ਕੁਝ ਕਰਨਾ ਚਾਹੀਦਾ, ਮੈਂ ਪੂਰਾ ਟਾਈਮ ਫ੍ਰੀ ਨਹੀਂ ਰਹਿਣਾ ਚਾਹੁੰਦੀ, ਮੈਨੂੰ ਸ਼ੌਕ ਹੈ ਕੰਮ ਕਰਨ ਦਾ। ਤੇ ਫਿਰ ਮੈਨੂੰ ਪਤਾ ਚੱਲੇ ਮੈਡਮ ਇੱਥੇ ਕੰਮ ਕਰਦੇ ਨੇ, ਕਾਫੀ ਸਾਰੇ ਲੋਕ ਮੈਡਮ ਕੋਲ ਕੰਮ ਕਰ ਰਹੇ ਨੇ। ਤੇ ਫਿਰ ਮੈਂ ਇਹਨਾਂ ਨੂੰ ਮਿਲੀ, ਮੈਨੂੰ ਇਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ।
ਬਹੁਤ ਇਹਨਾਂ ਦਾ ਨੇਚਰ ਮੈਨੂੰ ਬਹੁਤ ਅੱਛਾ ਲੱਗਿਆ। 1 ਸਾਲ ਪਹਿਲਾਂ ਮੈंने ਇਹਨਾਂ ਨਾਲ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੈਂ ਘਰ ਵਿੱਚ ਵੀ ਜਦੋਂ ਆਪਣਾ ਘਰ ਦਾ ਕੰਮ ਖਤਮ ਕਰਕੇ ਫਿਰ ਮੈਂ ਆਪਣਾ ਦਰੀ ਬਣਾਉਣਾ, ਮੈਨੂੰ ਬਹੁਤ ਖੁਸ਼ੀ ਮਿਲਦੀ ਸੀ। ਸ਼ਾਮ ਨੂੰ ਜਦੋਂ ਮੇਰੇ ਹਸਬੈਂਡ ਆਉਂਦੇ ਉਹਨਾਂ ਨੂੰ ਵੀ ਲੱਗਦਾ ਕਿ ਹੁਣ ਇਹ ਖੁਸ਼ ਰਹਿਣ ਲੱਗ, ਮੈਨੂੰ ਵੀ ਵਧੀਆ ਲੱਗਣ ਲੱਗਿਆ। 2 ਪੈਸੇ ਵੀ ਆਪਣੇ ਕੋਲ ਆਉਂਦੇ ਨੇ ਤਾਂ ਆਪਾਂ ਨੂੰ ਚੰਗਾ ਲੱਗਦਾ ਤੇ ਕੰਮ ਕਰਕੇ ਮੈਂ ਆਪਣਾ ਸਾਰਾ ਟਾਈਮ ਸਪੈਂਡ ਕਰ ਸਕਦੀ ਸੀ ਇੱਧਰ। ਮੈਡਮ ਨਾਲ ਵਾਅਦਾ ਕੀਤਾ ਹੋਇਆ ਵੀ ਜਿੰਨਾ ਚਿਰ ਹੈਗੇ ਨਾਲ ਰਹਾਂਗੇ ਤੁਹਾਡੇ। ਕਿਰਨ ਮੈਮ ਤੇ ਉਹਨਾਂ ਦੇ ਦਰੀ ਪ੍ਰੋਜੈਕਟ ਨੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜ਼ਿੰਦਗੀ 'ਚ ਤਾਂ ਬਹੁਤ ਫਰਕ ਪੈ ਗਿਆ ਜੀ। ਅਸੀਂ ਪਹਿਲਾਂ ਕਮਲਾ ਵਾਂਗੂ ਫਿਰਦੇ ਰਹਿੰਦੇ ਤੇ ਖੇਤਾਂ 'ਚ ਸੀ, ਹੁਣ ਸਾਨੂੰ ਵਧੀਆ ਪੱਖਿਆਂ ਥੱਲੇ ਬਹਿਨੇ, ਆਪਦਾ ਕੰਮ ਨਿਬੇੜ ਕੇ ਘਰ ਜਾਂਦੇ ਆ। ਸਾਨੂੰ ਫਾਇਦਾ ਹੀ ਇਹ ਕੰਮ ਦਾ ਨਹੀਂ। ਮੈਂ ਉਦਾਸ ਰਹਿੰਦੀ ਸੀ ਪਹਿਲਾਂ, ਸਾਰਿਆਂ ਨਾਲੋਂ ਵੱਡਾ ਚੇਂਜ ਇਹ ਆ ਗਿਆ, ਮੈਂ ਉਦਾਸ ਰਹਿਣ ਲੱਗ ਗਈ ਸੀ। ਬੱਚੇ ਜਾਣ ਤੋਂ ਬਾਅਦ ਉਦਾਸ ਰਹਿਣ ਲੱਗ ਗਈ ਤੇ ਜਦੋਂ ਫਿਰ ਮੈंने ਇਹ ਕੰਮ ਸ਼ੁਰੂ ਕੀਤਾ ਮੈਂ ਖੁਸ਼ ਰਹਿਣ ਲੱਗ ਗਈ ਕਿਉਂਕਿ ਮੈਨੂੰ ਕੁਝ ਕੰਮ ਮਿਲ ਗਿਆ ਸੀ। ਜਦੋਂ ਹੁਣ ਮੈਂ ਕੰਮ ਕਰਦੀ ਹਾਂ ਮੇਰੇ ਕੋਲ ਕੋਈ ਹੋਰ ਵੀ ਆ ਜਾਂਦਾ ਇਨਸਾਨ ਕਿ ਤੂੰ ਕੀ ਕਰ ਰਹੀ ਹੈ। ਜਿੰਨਾ ਵੀ ਮੈਂ ਕੰਮ ਕਰਦੀ ਹਾਂ ਖੇਸਾਂ ਦੇ, ਇਹਦੇ 'ਚ ਹੱਥ ਮੇਰੀ ਬੇਟੀ ਦੇ। ਜੋ ਵੀ ਰਸ ਭਰਨਾ ਹੈ ਜਾਂ ਵੀ ਕੁਛ ਵੀ ਮੈਂ ਨਵਾਂ ਡਿਜ਼ਾਈਨ ਬਣਾਉਣਾ, ਇਸੇ ਤਰ੍ਹਾਂ ਮੈਂ ਰਲ ਮਿਲ ਕੇ ਕਰ। ਦਰੀਆਂ ਬੁਣਨ ਦਾ ਪ੍ਰੋਸੀਜਰ, ਧਾਗਾ, ਵੀ ਸਟਾਰਟ ਵਿਦ ਧਾਗਾ। ਸਾਡੀ ਜਿਹੜੀ ਯਾਨ ਹੈਗੀ ਹੈ ਉਹ ਵੀ ਸਾਨੂੰ ਪਾਣੀਪਤ ਤੋਂ ਮਿਲਦੀ ਹੈ, ਸਰਟਨ ਥਿਕਨੈਸ ਆਫ ਯਾਨ। ਤੇ ਅਸੀਂ ਉਸ ਗ੍ਰੇ ਯਾਨ ਨੂੰ ਜਿਹੜੀ ਅਨਕਲਰਡ ਹੁੰਦੀ ਹੈ ਉਹਨੂੰ ਫਿਰ ਅਸੀਂ ਲੁਧਿਆਣੇ ਭੇਜਦੇ ਹਾਂ ਡਾਈਂਗ ਵਾਸਤੇ। और ये जब डाई होके आती है उस टाइम फिर ये बहुत ही सिंपल प्रोसीजर है, इतना प्रोसेसेस नहीं है दरी वास्ते। ये पहला अपनी दरी नू ताना कर देने वॉक, और वो एज यू कैन सी इट्स अ सिंपल फ्रेम। ਇਹਦੇ ਉੱਤੇ ਆ ਜਿਹੜਾ ਹੈਗਾ ये वॉर्प है एट अ सर्टन डिस्टेंस। हाँ, फिर ये ਉਹਦਾ ਰਚ ਭਰਦੇ ਨੇ ਆਲਟਰਨੇਟ ਧਾਗੇ ਨੂੰ ਚੱਕ ਕੇ ਉਹਦੇ ਵਿੱਚ, ਔਰ ਇੱਕ ਅੜੀ ਲਾਉਂਦੇ ਨੇ ਇਸ ਧਾਗੇ ਵਿੱਚ ਵੀ। ਉਸ ਤੋਂ ਬਾਅਦ ਸਿਰਫ ਆਪਣਾ ਯਾਨ ਔਰ ਆਪਣਾ ਡਿਜ਼ਾਈਨ ਆਪਣੇ ਦਿਮਾਗ ਵਿੱਚ ਰੱਖ ਕੇ ਇਹ ਵੀਵਿੰਗ ਸ਼ੁਰੂ ਕਰ ਦਿੰਦੇ ਨੇ। ਦਰੀਆਂ ਬੁਣਨ ਵੇਲੇ ਡਿਜ਼ਾਈਨ ਤੈਅ ਕਰਨਾ ਇੱਕ ਮਹੱਤਵਪੂਰਨ ਕੰਮ ਹੁੰਦਾ ਹੈ। ਰਵਾਇਤੀ ਡਿਜ਼ਾਈਨ ਆਪਣੇ ਆਲੇ ਦੁਆਲੇ ਤੋਂ ਲਏ ਜਾਂਦੇ ਸੀ, ਪਰ ਹੁਣ ਆਧੁਨਿਕ ਡਿਜ਼ਾਈਨ ਪਾਏ ਜਾਂਦੇ ਨੇ। ਯਾਰਾਂ ਵੀ ਸੀ, ਅਟਕਲੀਆਂ ਪਾ ਲਈਆਂ, ਅਟਕਲੀਆਂ ਤੇ ਚੱਲਦੇ ਸੀ। ਉਤਰੇ ਹੋਰ ਇੱਕ ਇਹਨਾਂ ਦੇ ਫਲਾਂ ਫੁੱਲਾਂ ਦੇ ਪਾ ਲੈਂਦੇ ਸੀ, ਬਸ ਇਹੋ ਜਿਹੇ ਨਮੂਨੇ ਪਾਉਣੇ। ਕੋਈ ਮੋਰ ਘੁੱਗੀਆਂ ਦੇ ਉਹਦੇ ਵੀ ਚੱਲਦੇ ਸੀ, ਉਹ ਪਾਉਣੇ। ਜੇ ਉਹ ਲਿਆਉਣਾ ਮਤਲਬ ਨਮੂਨੇ ਉਹਦੇ ਬਹੁਤ ਸੀਗੇ, ਜਾਨਵਰਾਂ ਦੇ ਬਣਾਏ ਹੁੰਦੇ ਸੀ, ਉਹ ਪਾਉਂਦੇ ਸੀ। ਜਿਹੜਾ ਸਾਡਾ ਪਹਿਲਾਂ ਹੀ ਮੁੱਦਾ ਇਹ ਸੀਗਾ ਕਿ ਅਸੀਂ ਟ੍ਰੈਡੀਸ਼ਨਲ ਨੂੰ ਰਿਵਾਈਵ ਕਰਨਾ ਹੈ, ਟ੍ਰੈਡੀਸ਼ਨਲ ਸਟਾਫ ਨੂੰ ਰਿਵਾਈਵ ਕਰਨਾ ਹੈ, ਔਰ ਕ੍ਰਾਫਟ ਪੀਪਲ ਨੂੰ ਰਿਵਾਈਵ ਕਰਨਾ ਹੈ, ਮੋਰ ਦੈਨ ਐਨੀਥਿੰਗ ਐਲਸ। ਸੋ ਜਦੋਂ ਮੈਂ ਇਹਨਾਂ ਦੇ ਕੋਲ ਜਾਂਦੀ ਹਾਂ, ਇਹਨਾਂ ਦੀ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸੰਦੂਕ ਖੁਲਵਾ ਕੇ ਇਹਨਾਂ ਤੋਂ ਦਰੀਆਂ ਕਢਾਉਂਦੀ ਹਾਂ, ਖੇਸ ਕਢਵਾਉਂਦੀ ਹਾਂ, ਔਰ ਫਿਰ ਜਦੋਂ ਇਹ ਕੱਢ ਕੇ ਮੈਨੂੰ ਸਾਰਾ ਕੁਝ ਦਿਖਾ ਦਿੰਦੇ ਨੇ, ਫਿਰ ਮੈਂ ਇਹਨਾਂ ਨੂੰ ਕਹਿੰਦੀ ਹਾਂ ਹੋਰ ਦਿਖਾਓ। ਉਦੋਂ ਜਾ ਕੇ ਕੱਢਦੇ ਨੇ ਅਸਲੀ, ਜਿਹੜੇ ਨੀਚੇ ਪਏ ਹੁੰਦੇ ਨੇ ਜ਼ਿਆਦਾ। ਤੁਸੀਂ ਇਹਨਾਂ ਦੇ ਸੰਦੂਕ ਇੰਨੇ ਬੜੇ ਹੁੰਦੇ ਨੇ ਕਿ ਇਹਨਾਂ ਵਿੱਚ ਵੜ ਕੇ ਕਰਨੀ ਪੈਂਦੀ ਹੈ ਚੀਜ਼। ਸੋ ਉੱਪਰੋਂ ਤੋਂ ਬਹੁਤ ਕੁਝ ਦਿਖਾ ਦੇਣਗੇ। ਆਈ ਚੈੱਕ ਦੇ ਸੰਦੂਕ ਪ੍ਰੋਪਰਲੀ। ਆਈ ਸੈਡ ਨਾਓ ਯੂ ਸ਼ੋ ਮੀ, ਆਈ ਐਮ ਸਿਟਿੰਗ ਹੇਅਰ ਹੈਵਿੰਗ ਅ ਕੱਪ ਆਫ ਟੀ, ਤੁਸੀਂ ਮੈਨੂੰ ਹੋਰ ਕਰਕੇ ਦਿਖਾਓ, ਇਸ ਤੋਂ ਇਲਾਵਾ ਕੀ ਹੈ ਤੁਹਾਡੇ ਕੋਲ। ਸੋ ਉਹ ਕਰਦੇ ਕਦੇ ਉਹ ਆਪਣੀ ਚਾਚੀ ਦੇ ਕੋਲ ਚਲੇ ਜਾਂਦੇ ਨੇ, ਰਿਸ਼ਤੇਦਾਰਾਂ ਕੋਲ ਚਲੇ ਜਾਂਦੇ ਨੇ, ਜਾਂ ਕਿਸੇ ਨੂੰ ਫੋਨ ਕਰ ਦਿੰਦੇ ਕਿ ਮੈਡਮ ਬੈਠੇ ਨੇ, ਤੁਹਾਨੂੰ ਯਾਦ ਹੈ ਉਹ ਕੋਇਲ ਵਾਲੀ ਦਰੀ, ਉਹਦੀ ਫੋਟੋ ਖਿੱਚ ਕੇ ਭੇਜੋ। ਸੋ ਦਿਸ ਇਜ਼ ਹਾਊ ਵੀ ਐਕਚੁਅਲੀ ਗੋ ਟੂ ਦ ਵਿਲੇਜ ਐਂਡ ਸਿਟ ਵਿਦ them ਐਂਡ ਸਪੈਂਡ ਟਾਈਮ। ਸਮਬਡੀ ਵਿਲ ਸੇ ਜੀ ਮੇਰੀ ਦਰੀ ਮੇਰੀਆਂ ਇੰਨੀਆਂ ਚੰਗੀਆਂ ਨਹੀਂ, ਪਰ ਉਹ ਫਲਾਨੀ ਦੀ ਸੱਸ ਹੈਗੀ ਹੈ, ਉਹਦੇ ਕੋਲ ਖਰਗੋਸ਼ਾਂ ਦੀ ਬਹੁਤ ਸੁੰਦਰ। ਫਿਰ ਅਸੀਂ ਉੱਥੇ ਜਾ ਕੇ ਦੇਖ ਲੈਂਦੇ ਹਾਂ, ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਕੱਢ ਕੇ ਦਿਓ। ਸੋ ਐਕਚੁਅਲੀ ਹਮਾਰੀ ਇੱਥੋਂ ਹੀ ਸ਼ੁਰੂਆਤ ਹੈਗੀ, ਕਿਉਂਕਿ ਇਸ ਚੀਜ਼ ਨੂੰ ਹੀ ਅਸੀਂ ਕੰਟੀਨਿਊ ਕਰਨਾ ਹੈ। ਜਿਸ ਤਰ੍ਹਾਂ ਕਿ ਵੇਲਾਂ ਹੋ ਗਈਆਂ, ਕੁਛ ਖਰਗੋਸ਼ ਹੋ ਗਏ, ਬੱਤਕਾਂ ਹੋ ਗਈਆਂ, ਕੁਛ ਜਿਵੇਂ ਆਪਣਾ ਪਹਿਲਾ ਕਲਚਰ ਸੀ, ਉਹ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਆ, ਵਧੀਆ ਲੱਗਦੀਆਂ ਨੇ ਪਾਣੀਆਂ, ਸੋਹਣੀਆਂ, ਦੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਨੇ। ਉਹ ਵੀ ਲੱਗਦਾ ਕਿ ਦੇਖਣ ਵਾਲੇ ਨੂੰ ਵੀ ਸੋਹਣਾ ਲੱਗੇ ਜੋ ਆਪਾਂ ਕਰ ਰਹੇ ਹਾਂ ਕੰਮ। ਪਹਿਲੀ ਵਾਰ ਮੈਂ ਬੇਲਾਂ ਪਾਈਆਂ ਹੈ, ਬੇਲਾਂ ਤੋਂ ਮਗਰੋਂ ਫਿਰ ਖਰਗੋਸ਼, ਮੁਰਗੀ, ਬੱਤਖਾਂ,
ਤੇ ਤੀਤਲੀਆਂ ਤੇ ਹੁਣ ਆ ਮੁਸਮਰ ਰੋਡ ਦੀਆਂ ਬੁਣਦੀਆਂ ਮੈਂ ਦਰੀਆਂ, ਸਾਰੀ ਦਰੀਆਂ ਬੁਣੀਆਂ ਨੇ ਜਿੰਨੇ ਡਿਜ਼ਾਈਨ ਨੇ। ਦਰੀ ਦੇ ਨਾਲ-ਨਾਲ ਖੇਸ ਵੀ ਪੰਜਾਬੀ ਬਿਸਤਰੇ ਦਾ ਇੱਕ ਅਨਿੱਖੜਵਾਂ ਅੰਗ ਹੈ। ਕਿਰਨ ਮੈਡਮ ਨੇ ਖੇਸਾਂ ਨੂੰ ਬੁਣਨ ਦੀ ਰਵਾਇਤ ਨੂੰ ਵੀ ਮੁੜ ਸੁਰਜੀਤ ਕੀਤਾ ਹੈ। I wanted to design my own case. मैं क्या दरिया और केस में मैचिंग करा, मैं अपने डिज़ाइन करा। तो मैं फिर पूछा कि वीविंग कौन करदा इत्थे, ते मैनू आके मिला, कहंदे जी कोई भी नहीं। सो फिर मेरी जिहड़ी एक होर मेट सीगी उन्हें कहा जी मैं पता करदी हां दूजे पिंड च एक हुंदी सी मेरी सहेली, एंड उन्हें लभ के उन्होंने फिर कन्विंस किया कि मेरे लिए खेस बुने। अपना उन्हें कुंबल उतारिया और अपने कंन से किते कोटे काटे ते रखे होया सी, उन्होंने सवार के ते मेरे लिए खेस बनाए पहली बार। सूट भी मेरे डिज़ाइन मुताबिक उन्होंने डाई किया और खेस कुंबल ते 2 खेस बनाए, 4 खेस बनाए। उदों मैनू एहसास हो गया कि ये इतनी रेयर चीज़ बनने वाली है आगे जाके कि आई थिंक वी शुड डू समथिंग अबाउट इट रियली क्विकली। सो आई मैं ये सोच विचार ही कर रही सी, मैनू इन्नी नॉलेज नहीं सी यान बारे या एनीथिंग, कि मैं कुदरती अपने सहेलियां नूं मिली जिहड़े नेवी च हुंदे सी साडे नाल ऑफिसर्स दी वाइव्स और मेरिया फ्रेंड्स, और उन्होंने ने कहा कि असीं बहुत चाहुंदे हां कुछ प्रोजेक्ट करन लई, डिज़ाइन प्रोजेक्ट पंजाब विच। सो आई सेड कम टू मी, लेट्स थिंक अबाउट दिस केस एंड दैट। सो वो आए नाल NID तो पढ़ के, मतलब उन्होंने टेक्सटाइल डिज़ाइन किया सी, डिज़ाइनर सीगे और बहुत साल फैब इंडिया नाल काम किया सी, एक्सपोर्ट डिवीजन। तो काफ़ी मतलब उन्होंने पता सी कि वो आके इत्थे कुछ लभणगे और उहदा की करना है। मैनू नहीं पता सी कि की करांगे असीं। मीनवाइल खेस तो मेरे 2-4 बन ही चुके सी, मैनू आइडिया हो गया सी कि बहुत सोहना कुछ बन सकता है। सो इन्होंने आके मेरिया फ्रेंड्स ने रेकी की थी और असीं डिसाइड किया कि आपां दरियां भी करांगे नाल, पंजाब ब्राइडल दरी जिहड़ी अपने ट्रूसोस बंद है कि दरी और खेस इकट्ठे कराए। सो फिर असी वो स्टार्ट किया 2017 में, पहली ट्रेनिंग दी। वो तो सारा अपना एफर्ट सीगा, साडा एफर्ट, एंड ट्रेनिंग के तहत वी रियलाइज कि दीज लेडीज नीड लिटिल मोर ट्रेनिंग, वी नीड टू ट्रेन मोर गर्ल्स एंड ताकि वो मार्केट विच पहुंच सके प्रोडक्ट, यू नो, जो वो घर विच वीविंग करते हैं और मार्केट रेडीनेस लिए काफ़ी गैप है। सो संगीता, प्रिया, इन्होंने सारे ने ट्रेनिंग सैटअप करके तिन्हां ने असी उन्होंने बहुत सोहना समान तैयार किया और वो लोग बड़े इंप्रेस थे कि असी बड़िया जगह ट्रेनिंग की है, पर पंजाब जो इंथुजियाज़म है ना, एक्साइटमेंट हैगी और इस चीज़ लिए वो असी कदे नहीं देखी, इन्ना इंटरस्ट। ਖੇਸ ਬਣਾਉਣ ਦਾ ਬੜਾ ਦਿਲਚਸਪ ਪ੍ਰੋਸੈਸ ਹੈ ਜਿਹੜਾ ਸਾਨੂੰ ਸਰਬਜੀਤ ਨੇ ਸਮਝਾਇਆ। ਇਹ ਪਹਿਲਾਂ ਸੀ ਕਪਾਹ ਹੁੰਦੀ ਹੈ ਜੀ, ਕਪਾਹ ਤੋਂ ਫਿਰ ਉਹਨੂੰ ਬਲਿਆਉਣੇ ਆ, ਫਿਰ ਪਿਆਉਣੇ ਆ, ਫਿਰ ਉਹਨੂੰ ਵੱਟਦੇ ਆ, ਫਿਰ ਕੱਤਦੇ ਆ ਤੇ ਕੱਤ ਕੇ ਫਿਰ ਉਹਨੂੰ ਟੇਰਦੇ ਆ, ਫਿਰ ਟੇਰ ਕੇ ਜੀ ਫਿਰ ਉਹਦੀਆਂ ਨਲਕੀਆਂ ਭਰਦੇ ਆ, ਨਲਕੀਆਂ ਭਰ ਕੇ ਜੀ ਇਹ ਕੋਨਾ ਆਉਂਦੀਆਂ ਜੀ। धागे नूं कोना च भर के फिर वार्पिंग ड्रम ते लगाया जाता है। वार्प करते हैं असी डिपेंडिंग ऑन कितने ज़्यादा लम पीसेस चाहिए ने सानू और कितने वाइड बनाने ने, कितने लंबे बनाने ने, उस हिसाब नाल कैलकुलेशन करके वार्प करते हैं असी यान। वार्पिंग तो बाद वो एक रूले ते लिपेटते हैं उस यान नूं, वार्प यान नूं एक रूले ते लिपेट के खड्डी दे कोल लिआया जाता है और खड्डी दे उत्ते रख के ਉਹਦਾ फिर एक एक धागा शटल्स दे विच ड्राफ्ट किया जाता है। पहले एम्ब्रॉयडरी होंदी है, एम्ब्रॉयडरी तो बाद ये खेस जाता हैगा चैकिंग वास्ते। क्वालिटी चेक दे टाइम एक लाइट बॉक्स के उत्ते रख के असी चेक करने भी एक एक धागा खेस का चेक होंदा है कि किते रह तो नहीं गया, टुट तो नहीं गया, किते गंढ तो नहीं बन गई। तो उस गंढ नूं साडे जिहड़े क्वालिटी चैकर्स ने वो
ਉਹਨਾਂ ਨੂੰ ਜਿੱਥੇ ਧਾਗਾ ਰਹਿ ਗਿਆ ਹੁੰਦਾ ਹੈ, ਕਹਿਰਾਂ ਰਹਿ ਗਈਆਂ ਹੁੰਦੀਆਂ ਨੇ, ਉੱਥੇ ਉਹ ਕਹਿਰ ਭਰ ਦਿੰਦੇ ਨੇ ਯਾਨ ਦੇ ਨਾਲ, ਸੂਈ ਦੇ ਨਾਲ। ਔਰ ਜਿੱਥੇ ਐਕਸਟਰਾ ਹੋ ਜਾਂਦਾ ਹੈ ਉੱਥੇ ਉਹ ਕੱਟ ਕੇ ਉਹਨੂੰ ਕੱਟ ਦਿੰਦੇ ਨੇ। ਔਰ ਕਿਤੇ ਕਿਤੇ ਗੰਢਾਂ ਪੈ ਜਾਂਦੀਆਂ ਨੇ, ਉੱਥੇ ਉਹ ਉਹਨਾਂ ਨੂੰ ਵਾਪਸ ਗੰਢ ਖੋਲ ਕੇ ਵੀਵ ਕਰਦੇ ਨੇ ਸੂਈ ਦੇ ਨਾਲ ਬੈਕ ਇਨਟੂ ਦ ਫੈਬਰਿਕ, ਸੋ ਤਾਂ ਕਿ ਤੁਹਾਡੇ ਉਹ ਫੈਬਰਿਕ ਬਿਲਕੁਲ ਪਰਫੈਕਟ ਹੋਏ, ਉਹਦੇ 'ਚ ਨਾ ਮੋਰੀਆਂ ਹੋਣ ਨਾ ਗੰਢਾਂ ਹੋਣ। ਔਰ ਕਦੇ ਕਦੇ ਅਸੀਂ ਜਿਹੜੀ ਹੈਂਡਸਪਨ yarn ਯੂਜ਼ ਕਰਦੇ ਹਾਂ ਉਹਦੇ ਵਿੱਚ ਇੰਪਿਓਰਿਟੀਜ਼ ਹੁੰਦੀਆਂ ਨੇ, ਜਿਸ ਤਰ੍ਹਾਂ ਨੈਚੁਰਲੀ ਹੱਥ ਦੇ ਬਣੇ ਹੋਏ ਨੇ, ਪਿੰਡਾਂ 'ਚ ਹੁੰਦੀਆਂ ਨੇ, ਕਦੇ ਪੱਤਾ ਪੁੱਤਾ ਆ ਜਾਂਦਾ ਹੈ, ਕਦੇ ਕਿਸੇ ਦੇ ਵਾਲ ਵੀ ਆ ਗਏ ਸੀਗੇ, ਕਦੇ ਕਾਲਾ ਕਾਲਾ ਕੁਛ ਰੈਜ਼ੀਡਿਊ ਆਫ ਕਾਟਨ 'ਚ, ਜਿਹੜਾ ਕਾਟਨ ਦਾ ਉਹ ਹੁੰਦਾ ਹੈ ਆਪਣਾ ਫਲਾਵਰ ਹੁੰਦਾ, ਉਹਦਾ ਵੀ ਰੈਜ਼ੀਡਿਊ ਆ ਜਾਂਦਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਅਸੀਂ ਕੱਢ ਦਿੰਦੇ ਹੈਗੇ ਹੈ ਕੁਆਲਿਟੀ ਚੈੱਕ ਦੇ ਟਾਈਮ। Then it comes for a wash. Then we wash the case और ਉਹਨੂੰ अच्छी से मशीन wash ਕਰਦੇ हैं। ਉਸ ਤੋਂ ਬਾਅਦ ਉਹਨੂੰ dry ਕਰਕੇ ਫਿਰ ਉਹ iron ਹੁੰਦਾ ਹੈ। Ironing ਦੇ ਬਾਅਦ ਉਹ ਫਿਰ check ਹੁੰਦਾ ਹੈ, ਕਿਤੇ ਕੋਈ ਕਢਾਈ ਦੇ ਵਿੱਚ ਕੁਝ ਰਹਿ ਨਾ ਗਿਆ ਹੋਏ, ਕਢਾਈ ਦੀ ਕੋਈ ਧਾਗਾ ਨਾ ਨਿਕਲ ਗਿਆ ਹੋਏ while it was being washed, ਕੁਝ ਉਹ ਬਹੁਤ ਜਲਦੀ check ਹੋ ਜਾਂਦਾ और फिर ये fold होके pack होके ਰੈਡੀ ਫॉर ਸੇਲ ਹੁੰਦੇ ਨੇ। ਕਿਰਨ ਜੀ ਤੇ ਉਹਨਾਂ ਦੀਆਂ ਸਾਥਣਾਂ ਦੀ ਖੇਸ ਬੁਣਨ ਦੀ ਲਗਨ ਨੂੰ ਦੇਖ ਕੇ ਉੱਗੇ ਫੈਸ਼ਨ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਬਲਵਾੜ ਵਿੱਚ ਆ ਕੇ ਆਪਣਾ ਗਿਆਨ ਸਾਂਝਾ ਕਰਦੇ ਨੇ। ਖੇਸ ਆਪਾਂ ਜਦੋਂ 2018 ਦੀ ਗੱਲ ਹੈ, ਜਦੋਂ ਆਪਾਂ ਖੇਸਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਅਤੇ ਹਰ ਪਾਸੇ ਸਾਨੂੰ ਇੱਕ ਸੀਗਾ ਮਜਨੂ ਖੇਸ ਜਿਹਨੂੰ ਕਹਿੰਦੇ ਸੀ, ਆਪਾਂ ਸਭ ਪਾਸੇ ਲੱਭਦੇ ਪਏ ਸੀ ਪਰ ਕਿਤੇ ਮਿਲਿਆ ਨਹੀਂ। ਅਤੇ ਨਾਲੇ ਜਿਹੜੇ ਨੋਰਮਲ ਖੇਸ ਵੀ ਸਾਡੇ ਹੁੰਦੇ ਨੇ, ਡੱਬੀਆਂ ਵਾਲੇ, ਧਾਰੀਆਂ ਵਾਲੇ, ਉਹ ਪੰਜਾਬ 'ਚ ਕੋਈ ਵੀ ਨਹੀਂ ਕਰ ਰਿਹਾ ਸੀ ਖਾਦੀ ਨੂੰ ਛੱਡ ਕੇ। ਅਤੇ ਖਾਦੀ ਦੇ ਵੀ ਜਿੰਨੀ ਕੁਆਲਿਟੀ ਸੀਗੀ ਖੇਸਾਂ ਦੀ, ਬਹੁਤ ਹੀ ਖਰਾਬ, ਬਿਨਾਂ, ਕਿਉਂਕਿ ਵੀਵਰਸ ਨੂੰ ਪੈਸਾ ਨਹੀਂ ਦੇ ਰਹੇ ਹੋ ਅਤੇ ਉਹ ਕੋਈ ਕਿਉਂ ਮਨ ਲਾਵੇ ਨਾ ਆਪਣਾ ਕੰਮ ਵਿੱਚ। ਅਤੇ ਬਸ ਲੱਭਦੇ ਲੱਭਦੇ ਸਾਨੂੰ ਬਲਵਾਰ ਬਾਰੇ ਪਤਾ ਚੱਲਿਆ, ਅਤੇ ਇਹਨਾਂ ਨੇ ਖੇਸਾਂ ਦਾ ਕੰਮ ਉਸ ਟਾਈਮ ਸ਼ੁਰੂ ਕੀਤਾ ਹੀ ਸੀ ਨਵਾਂ, ਨਹੀਂ ਤਾਂ ਇਹਨਾਂ ਦਾ ਦਰੀਆਂ ਬਹੁਤ ਅੱਛੀਆਂ ਸੀਗੀਆਂ, ਇਹਨਾਂ ਦੀਆਂ ਦਰੀਆਂ ਅਤੇ ਕ੍ਰਾਸ ਸਟਿਚ ਐਮਬਰਾਇਡਰੀ। ਅਤੇ ਖੇਸ ਇਹਨਾਂ ਨੇ ਸ਼ੁਰੂ ਕੀਤਾ ਸੀ, ਅਤੇ ਆਪਾਂ ਇਹਨਾਂ ਨੂੰ ਮਿਲੇ ਦਸਤਕਾਰ ਦਿੱਲੀ 'ਚ, ਅਤੇ ਬਸ ਉਸ टाइम कनेक्ट बना। हम जहाँ भी घूमे पंजाब में, हमने सिर्फ खादी में वीव होते हुए देखा है खेस, वो भी सिर्फ खरड़ में, और वहाँ पे भी सिर्फ एक ही वीवर है जो वीव कर रहा है, क्योंकि उनके पास ऑलरेडी खेस का पाइलअप पड़ा है जो सेल नहीं हुआ था। ये हम 2018 में गए थे, तो मैं तब की बात बता रही हूँ। तो हमने सिर्फ उन्हें देखा था खेस बुनते हुए, और फिर हमने यहाँ पे खेस बुनते हुए देखा। तो यहाँ पे तो वैसे ही बिकॉज वुमेन एम्पावरमेंट है एंड वुमेन वीव कर रही है, तो देखा जाता है कि क्राफ्ट में, एनी क्राफ्ट कमर्शियली जब भी होता था तो मेन करते थे, तो वुमेन जब भी कुछ क्राफ्ट या कुछ भी बनाती हूँ घर के लिए होता था यूज़। तो दैट इज़ समथिंग वी फाउंड वेरी डिफरेंट हियर एंड विच इज़ वेरी एम्पावरिंग फॉर द वुमेन टू वीव एंड commercially sell and make a living for themselves. So that is another point that makes us very close to Balwar as a brand, and we enjoy working here. ਨੈਚੁਰਲ ਡਾਈਇੰਗ ਦਾ ਮਤਲਬ ਇੱਕ ਇਹ ਬੈਨੀਫਿਟ ਹੈ ਕਿ ਮੈਨ ਮੇਡ ਕੈਮੀਕਲਸ ਕੋਈ ਹੈਗੇ ਨਹੀਂ ਉਹਦੇ ਵਿੱਚ ਇਨਵੋਲਵ, ਜਿਹੜੇ ਆਪਣੇ ਰੂਟਸ, ਟਰੀਜ਼ ਦੇ ਰੂਟਸ ਨਾਲ ਜਾਂ ਲੀਵਸ ਨਾਲ ਇੱਦਾਂ ਸਾਰੇ ਕਲਰਸ ਬਣਦੇ ਨੇ ਅਤੇ ਮਾਰਕੀਟ 'ਚ ਅਵੇਲੇਬਲ ਨਹੀਂ ਈਜ਼ੀਲੀ। ਅਤੇ ਬਸ ਇੱਕ ਇਹੀ ਉਹਨਾਂ ਦਾ ਸਭ ਤੋਂ ਵੱਡਾ ਬੈਨੀਫਿਟ ਹੈ। ਨਾਲੇ ਕਿਉਂਕਿ ਇੱਥੇ ਓਪਨ ਏਰੀਆ ਬਹੁਤ ਸਾਰਾ ਹੈ, ਅਤੇ ਮਤਲਬ ਪਾਣੀ ਜਿਹੜਾ ਹੈਗਾ ਉਹ ਵੇਸਟ ਨਹੀਂ ਹੁੰਦਾ, ਜਿੱਥੇ ਜਾਂਦਾ ਹੈ ਇਰੀਗੇਸ਼ਨ ਵਾਸਤੇ ਫੀਲਡਸ ਵਿੱਚ ਆਪਾਂ ਡੋਲ ਦਿੰਦੇ ਹਾਂ, ਅਤੇ ਇੱਕ ਉਹ ਵੀ ਦੂਜਾ ਬੈਨੀਫਿਟ। ਅਤੇ ਨਾਲੇ ਜਿਹੜੇ ਕਲਰਸ ਹੁੰਦੇ ਨੇ ਕਾਫੀ ਅਰਦੀ, ਕਾਫੀ ਸੋਹਣੇ ਕਲਰਸ ਹੁੰਦੇ ਨੇ, ਵਾਰਮ, ਥੋੜ੍ਹੇ ਰੈਡਸ ਅਤੇ ਯੈਲੋਜ਼ ਐਂਡ ਗ੍ਰੀਨਸ। ਅਤੇ ਇਸ ਕਰਕੇ ਆਪਾਂ ਸੋਚਿਆ ਕਿ ਹੁਣ ਜੇ ਸਭ ਕੁਝ ਇੱਕ ਹੀ ਜਗ੍ਹਾ ਹੋ ਰਿਹਾ ਹੈ, ਜੇ ਡਾਈਇੰਗ ਵੀ ਆਪਾਂ ਉੱਥੇ ਕਰਦੇ ਅਤੇ ਉਹਨਾਂ ਦਾ ਇੱਕ ਲੋਕਲ ਈਕੋਸਿਸਟਮ ਬਣ ਜਾਂਦਾ ਪੂਰੇ ਪ੍ਰੋਸੈਸ ਦਾ, ਅਤੇ ਉਹ ਕਾਫੀ ਵਧੀਆ ਰਹਿੰਦਾ ਫਿਰ ਉਸ ਕਰਕੇ। ਅਤੇ ਤਾਂ ਹੀ ਆਪਾਂ ਸੋਚਿਆ ਕਿ ਇੱਥੇ ਆਪਾਂ ਨੈਚੁਰਲ ਡਾਈਜ਼ ਇੰਟਰੋਡਿਊਸ ਕਰਦੇ ਹਾਂ, ਤਾਂ ਕਿ ਉਸ ਪਾਸਿਓਂ ਵੀ ਇਹ ਲੋਕ ਇੰਡੀਪੈਂਡੈਂਟ ਹੋ ਜਾਣਗੇ। ਮਤਲਬ ਦੇ ਡੋਂਟ ਹੈਵ ਟੂ ਡਿਪੈਂਡ ਕਿ ਉਹ ਕੋਈ ਆਏਗਾ ਸੂਟ ਆਪਾਂ ਭੇਜਣਾ ਹੈ, ਰੰਗ ਕੇ ਆਏਗਾ, ਫਿਰ ਆਪਾਂ ਵੀਵ ਕਰਾਂਗੇ। ਸਾਰਾ ਕੰਮ ਇੱਕੋ ਪਾਸੇ ਇੱਕ ਨਾਲ ਹੀ ਖਤਮ ਹੋ ਕੇ, ਅਤੇ ਜਿੱਦਾਂ ਹੀ ਡਾਈਇੰਗ ਖਤਮ ਹੋਈ ਨਾਲ ਦੇ ਨਾਲ ਵੀविंग शुरू हो जाए। और वीवर्स के लिए भी यहाँ पे इट्स अ न्यू स्किल दैट दे लर्निंग। तो जैसे अभी भी ये लोग ने पिछली बार जब हम आए थे, हमने हमारे साथ उन्होंने सारे कलर्स डाई किए हैं, तो नाउ दे नो कैसे करना है, दे आर इंटरेस्टेड इन डूइंग समथिंग न्यू। तो उनकी तरफ से देखा जाए तो वो भी न्यू स्किल सीख रहे हैं।
ਮਤਲਬ ਦੇਖੋ ਪੈਸਾ ਜਿਹੜਾ ਹੈ ਬਹੁਤ ਵੱਡੀ ਚੀਜ਼ ਹੈ ਤੇ ਜਿੰਨਾ ਆਪਾਂ ਵੇਖਿਆ ਵੀ ਇੱਥੇ ਤੇ ਕਿਰਨ ਜੀ ਨਾਲ ਜਿੰਨੀਆਂ ਗੱਲਾਂ ਵੀ ਕੀਤੀਆਂ ਨੇ, ਇਹਨਾਂ ਨੂੰ ਜਦੋਂ ਇੱਕ ਸੋਰਸ ਆਫ ਲਾਈਵਲੀਹੁੱਡ ਮਿਲ ਜਾਂਦਾ ਹੈ ਨਾ ਤੇ ਉਹ ਇਨਸਾਨ ਨੂੰ ਬਹੁਤ ਇੰਡੀਪੈਂਡੈਂਟ ਬਣਾ ਦਿੰਦਾ ਹੈ। ਤੇ ਸੈਟਅਪ ਵਿੱਚ ਜਦੋਂ ਇੱਥੇ ਦੀਆਂ ਔਰਤਾਂ ਵੱਲ ਕੋਈ ਇੱਦਾਂ ਸੋਰਸ ਨਹੀਂ ਸੀਗਾ ਇਨਕਮ ਦਾ, ਆਲ ਆਫ ਅ ਸਡਨ ਉਹਨਾਂ ਕੋਲ ਇੱਕ ਜ਼ਰੀਆ ਮਿਲ ਗਿਆ ਹੈ ਕਿ ਆਪਣਾ ਉਸ ਕੰਮ ਨੂੰ ਜੋ ਉਹਨਾਂ ਨੇ ਹਰ ਮਤਲਬ ਕਿੰਨੇ ਸਾਲਾਂ ਤੋਂ ਕਰਦੇ ਆਏ ਨੇ ਘਰਾਂ 'ਚ ਤੇ ਨਾ ਆਪਣੇ ਦਾਜ ਵਾਸਤੇ ਜਾਂ ਬੇਟੀਆਂ ਦੇ ਦਾਜ ਵਾਸਤੇ ਕਿਸੇ ਹੋਰ ਕੰਮ ਵਾਸਤੇ, ਬਸ ਘਰ ਦਾ ਜਿਹੜਾ ਕੰਮ ਸੀਗਾ ਉਸ ਇੱਕ ਕੰਮ ਨਾਲ ਹੁਣ ਉਹਨਾਂ ਨੂੰ ਪੈਸੇ ਮਿਲਣ ਲੱਗ ਗਏ ਤੇ ਜਿਹੜੀ ਸੈਂਸ ਆਫ ਇੰਡੀਪੈਂਡੈਂਸ ਹੁੰਦੀ ਹੈ ਕਿ ਉਹ ਆਪਣਾ ਧਿਆਨ ਖੁਦ ਰੱਖ ਸਕਦੇ ਨੇ, ਕੋਈ ਉਹਨਾਂ ਨੂੰ ਮਤਲਬ ਹੁਕਮ ਨਹੀਂ ਚਲਾ ਸਕਦਾ ਉਹਨਾਂ 'ਤੇ, ਕਿਉਂਕਿ ਹੁਣ ਉਹ ਆਪਣੇ ਵਾਸਤੇ ਵੀ ਕਮਾ ਰਹੇ ਨੇ, ਆਪਣੇ ਘਰ ਵਾਸਤੇ ਕਮਾ ਰਹੇ ਨੇ, ਆਪਣੇ ਬੱਚਿਆਂ ਵਾਸਤੇ ਕਮਾ ਰਹੇ ਨੇ। ਤੇ ਉਹਨਾਂ ਦੀ ਜਿਹੜੀਆਂ ਬੇਟੀਆਂ ਨੇ ਉਹ ਹੁਣ ਸਕੂਲ ਜਾਂਦੀਆਂ ਨੇ, ਕਾਲਜ ਜਾਂਦੀਆਂ ਨੇ, ਕਿਉਂਕਿ ਉਹਨਾਂ ਦੀ ਮੰਮੀਆਂ ਆਪਣੇ ਆਪ ਉਹਨਾਂ ਨੂੰ ਫੰਡ ਕਰ ਸਕਦੇ ਨੇ ਉਹਨਾਂ ਦੀ ਐਜੂਕੇਸ਼ਨ। ਤੇ ਜਿਹੜੀ ਬਹੁਤ ਹੀ ਘਰੇਲੂ ਚੀਜ਼ ਇੱਕ ਜ਼ਮਾਨੇ 'ਚ ਸੀਗੀ ਉਸ ਨੂੰ ਲੈ ਕੇ ਹੁਣ ਇਹਨਾਂ ਨੂੰ ਇੱਕ सेंस ऑफ इंडिपेंडेंस ते प्रॉपर लाइवलीहुड मिल गया। ऑल्सो जिनके साथ हमने यहाँ काम किया ना, हम पहले भी दूसरे प्रोजेक्ट्स के लिए इंडिया के दूसरे पार्ट्स में जाके हमने वीवर्स के साथ काम किया है, पर वहाँ क्या होता है कि उन्हें कुछ नया ट्राई करने का मन नहीं होता, तो उन्हें उस चीज़ के लिए कन्विंस करना ज़्यादा टाइम ले लेता था दैन एक्चुअली डूइंग द प्रोसेस। पर यहाँ पे जब हम आए, हमने उन्हें बोला हम डाइंग करेंगे, तो उनमें ना वो विलिंगनेस टू लर्न था एंड टू ट्राई समथिंग न्यू ये भी था। तो अभी भी जैसे हम जो भी डिज़ाइंस बना रहे हैं सब नए हैं उनके लिए, भले उनको थोड़ा सा आता हो, एक स्टेप आगे ले जा रहे हैं, 2 स्टेप आगे ले जा रहे हैं, पर उनको वो विलिंगनेस है टू ट्राई समथिंग न्यू, तो वो भी इतने आसानी से देखने नहीं मिलती है। ਕਿਰਨ ਜੀ ਨੇ ਨਾ ਸਿਰਫ ਬਲਵਾੜ ਪਿੰਡ ਦੇ ਆਲੇ ਦੁਆਲੇ ਦੀਆਂ ਔਰਤਾਂ ਨੂੰ ਹੀ ਸਿਖਲਾਈ ਤੇ ਰੁਜ਼ਗਾਰ ਦਿੱਤਾ, ਸਗੋਂ ਉਹਨਾਂ ਨੇ ਜੇਲ੍ਹ ਵਰਗੀ ਜਗ੍ਹਾ ਤੇ ਵੀ ਜਾ ਕੇ ਆਪਣੀਆਂ ਸਾਥਣਾਂ ਨਾਲ ਸਿਖਲਾਈ ਦਿੱਤੀ। ਸੀ ਮੋਸਟਲੀ ਇਹਨਾਂ ਦੀ ਟ੍ਰੇਨਿੰਗ ਇੱਥੇ ਹੀ ਹੋਈ ਹੈ, ਬਟ ਇੱਕ ਬਹੁਤ ਇੰਟਰਸਟਿੰਗ ਮੌਕਾ ਸਾਨੂੰ ਮਿਲਿਆ ਸੀਗਾ ਥਰੂ ਫਿੱਕੀ ਫਲੋ। ਉਹਨਾਂ ਦੀ ਪ੍ਰੈਜ਼ੀਡੈਂਟ ਸੀਗੀ ਮਨਜੋਤ ਢਿੱਲਨ ਐਂਡ ਸ਼ੀ ਵਾਜ਼ ਵੈਰੀ ਕੀਨ ਕਿ ਅਸੀਂ ਖੇਸ ਕਰੀਏ ਸ਼ੁਰੂ ਫਿਰ, ਬਿਕੋਜ਼ ਇਹ ਸਭ ਫੀਲਿੰਗ ਹੈ ਪੰਜਾਬ ਦੇ ਕਿ ਖੇਸ ਮਿਲਦੇ ਨਹੀਂ, ਖੇਸ ਸਾਡੀ ਟ੍ਰੈਡੀਸ਼ਨਲ ऑर्डनरी जी चीज़ सीगी वो ही नहीं मिल रही इंसानों एंड सबनों आदत होंदी सीगी, दे टुक इट फॉर ग्रांटेड। सो एनीवे मनजोत ढिल्लन रैंक मी अप वन डे, उन्होंने फिक्की फ्लो एक ऑर्गेनाइजेशन होंदी है फिक्की दे नाल रिलेटेड, तो उन्होंने क्या कि उहदे तहत इन्होंने ट्रेनिंग सोच रहे हैं खेसां दे खेस स्टार्ट करन लई किसी पिंड विच, पिंड या जेल। सो एज इट टर्नड आउट कि जेल दे विच another workout हो गया सीगा, luckily the authorities allowed it and ਅਸੀਂ ਗਏ जेल ਦੇ ਵਿੱਚ women cell ਨੂੰ train ਕਰਨ ਖੇਸਾਂ, but ਅਸੀਂ ਖੇਸ and ਦਰੀ ਚੱਕਿਆ ਦੋਨੋਂ because both are related and skill set ਮਿਲ ਜਾਏਗਾ, ਜ਼ਿਆਦਾ ਸਾਨੂੰ ਜ਼ਿਆਦਾ ਲੋਕਾਂ ਨੂੰ ਇਨਵੋਲਵ ਕਰ ਸਕਾਂਗੇ ਅਸੀਂ। So very interestingly we started a workshop there. We did 15 days of training and ਖੇਸਾਂ ਦੀ ਸਾਡੇ ਲਈ ਉਹਨਾਂ ਨੇ 2 ਖੱਡੀਆਂ ਲਗਾਈਆਂ ਉੱਤੇ ਸੈਟਅਪ ਕੀਤਾ, ਵਾਰਪਿੰਗ ਸਾਡੀ ਮੈਨ ਸੈਕਸ਼ਨ ਹੈਜ਼ ਵੀਵਿੰਗ ਦਾ ਸੈਟਅਪ ਸਾਰਾ ਕੁਝ। ਸਟ੍ਰੇਂਜਲੀ ਜਿਹੜੀ ਵਿਮਨ ਹੈਗੀਆਂ ਉਹਨਾਂ ਦੇ ਕੋਲ ਸਿਰਫ ਨੀਡਲ ਵਰਕ, ਸਟਿਚਿੰਗ, ਇਹੋ ਜਿਹਾ ਕਰੋਸ਼ੀਆ, ਇਹੋ ਜਿਹਾ ਚੀਜ਼ਾਂ ਸੀ, ਵੈਸੇ ਸਾਡੀਆਂ ਪੰਜਾਬ ਦੀਆਂ ਲੇਡੀਜ਼ ਬਹੁਤ ਵੀਵਿੰਗ ਕਰਦੇ ਨੇ ਦਰੀਆਂ ਦੀ, ਔਰ ਇੱਕ ਬਹੁਤ ਤਰੀਕੇ ਹੋਰ ਨੇ, ਕਿੱਲਾਂ ਨੂੰ ਗੱਡ ਕੇ ਵੀ ਵੀਵਿੰਗ ਕਰਦੇ ਨੇ, ਇੱਕ ਬਹੁਤ ਕਲਾ ਬਹੁਤ ਜ਼ਿਆਦਾ ਹੈਗੀ ਵੀਵਿੰਗ ਦੀ ਟ੍ਰੈਡੀਸ਼ਨ ਇਹਨਾਂ ਦੀ। ਸੋ ਆਈ ਕਾਈਂਡ ਆਫ ਸੋ ਵੀ ਸੈਟ ਅਪ ਦਿਸ वर्कशॉप फैक्ट्री। वी वर होपिंग कि ये ज़्यादा देर चलेगी, पता नहीं इस वक्त कि वो कितना चल रही है, पर 1-2 महीने बाद मैं ज़रूर विजिट करके आई सी और उन्होंने जो दरियाँ बनाइया उन्होंने सिर्फ असी ट्रेनिंग दी, स्किल थोड़े जे दिते। साडे कोल एक ट्रेनिंग दरी हुंदी है जिहदे 4-5 स्किल्स उन्होंने जब तक वो स्टार्ट तो फिनिश करते हैं उन्होंने 4-5 स्किल्स वीविंग की आ जाती है। दूसरी गल उन्होंने समझाया सी साइज़ किस तरह लेना है, इंच टेप किस तरह यूज़ करनी है, किस तरह प्लैनिंग करनी है, वो सी असी दस्या सी। एक्चुअली डिज़ाइन नहीं कोई दस्या,
और 1-2 महीने के बाद जब मैं गई वापस, ਉੱਥੇ ਇੰਨੀਆਂ ਸੋਹਣੀਆਂ ਦਰੀਆਂ ਬਣਾ ਕੇ ਰੱਖੀਆਂ ਸੀ ਆਪਣੇ ਇੰਡੀਜੀਨਸ ਵਰਕ ਕੀ, ਬਹੁਤ ਸੋਹਣੇ। ਔਰ ਉਸ ਫੈਕਟਰੀ ਦੇ ਵਿੱਚ ਮਤਲਬ ਹੈਪੀਨੈਸ ਕੋਸ਼ੈਂਟ ਹੀ ਕੁਝ ਹੋਰ ਸੀ। ਸਾਰੀ ਆਫ ਕੋਰਸ ਸਾਡੇ ਲਈ ਵੀ ਬਹੁਤ ਬੜੀ ਲਰਨਿੰਗ ਸੀ। ਅਸੀਂ ਵੀ ਜੇਲ੍ਹ ਦੇ ਅੰਦਰ ਕਦਮ ਰੱਖਿਆ ਔਰ ਦੇਖਿਆ ਕਿ ਕਿਸ ਤਰ੍ਹਾਂ ਉਹ ਮੈਨੇਜ ਹੁੰਦਾ ਹੈ ਸਾਰਾ ਕੁਝ ਉੱਥੇ। ਉਹਦਾ ਤਾਂ ਇੱਕ ਅਲੱਗ ਕੰਟਰੀ ਕਹਿ ਲਓ, ਉਹਦੇ ਅਲੱਗ ਰੂਲਸ ਹੁੰਦੇ ਨੇ, ਪਰ ਰਹਿਣ ਸਹਿਣ ਠੀਕ ਹੈ, ਸਭ ਕੁਝ ਟੋਲਰੇਬਲ ਹੈ, ਅੱਛਾ ਹੈ। ਪਰ ਸਭ ਨੂੰ ਡਿਪਰੈਸ਼ਨ ਹੈ ਥੋੜ੍ਹੀ ਜਿਹੀ, ਬਿਕੋਜ਼ ਜੇਲ੍ਹ ਜਾਣਾ ਕਿਸ ਨੂੰ ਪਸੰਦ ਹੈ। So, ਉਹ ਲੇਡੀਜ਼ ਦੇ ਨਾਲ ਕੰਮ ਕਰਕੇ ਉਹਨਾਂ ਦੀ ਲਾਈਫ ਵਿੱਚ ਇਹ ਦੇਖ ਕੇ ਕਿ ਕਿੰਨੀ ਖੁਸ਼ੀ ਆਉਂਦੀ ਹੈ ਉਹਨਾਂ ਨੂੰ ਆਪਣਾ ਹੱਥ ਨਾਲ ਕੰਮ ਕਰਕੇ ਔਰ ਕ੍ਰੀਏਟਿਵ ਵਰਕ ਕਰਕੇ, ਬਹੁਤ ਚੰਗਾ ਲੱਗਿਆ। ਸੋ ਉਹ ਬਹੁਤ ਯੂਨੀਕ ਓਪਰਚੁਨਿਟੀ ਸੀ ਸਾਨੂੰ ਟ੍ਰੇਨਿੰਗ ਦੇਣ ਦੀ। ਅੰਮ੍ਰਿਤਸਰ ਗਏ ਸੀ ਜੇਲ੍ਹ 'ਚ ਦਰੀਆਂ ਸਿਖਾਉਣ। 15 ਦਿਨ ਐਂ ਟ੍ਰੇਨਿੰਗ ਦਿੱਤੀ ਜਾਂਦੀ ਵਧੀ। 9 ਵਜੇ ਜਾ ਕੇ 5 ਵਜੇ ਸਵੇਰ ਇੱਥੇ ਆ ਜਾਣੇ, ਇੱਥੇ ਰਹਿਣ ਸਹਿਣ ਤੇ ਖਾਣਾ। ਸਵੇਰੇ ਉੱਠ ਕੇ ਫਿਰ ਆ ਜਾਣ ਪਈ ਦਈਆਂ ਬੰਨ 15-16 ਜਣਾਂ ਨੂੰ ਉੱਥੇ ਅਸੀਂ ਪੂਰੀ ਵੀ ਦਿੱਤੀ ਹੈ ਤੇ ਵਧੀਆ ਪਾਸ ਹੋ ਗਈ ਵੀ ਸਾਡੀ, ਸਿੱਖ ਗਈਆਂ ਤੇ ਵਧੀਆ। ਪਹਿਲਾਂ ਤਾਂ ਜੀ ਲੱਗਦਾ ਸੀ ਵੀ ਉੱਦਾਂ ਦੇ ਨਾ ਕਿੱਦਾਂ ਦੇ ਬੰਦੇ ਹੋਣਗੇ ਉੱਥੇ ਵੀ ਜੇਲ੍ਹ 'ਚ ਨਾ, ਵੀ ਬਦਮਾਸ਼ ਬੰਦੇ ਜਾਂਦੇ ਆ ਉੱਥੇ ਤਾਂ ਸਾਰੇ। ਫਿਰ ਉੱਥੇ ਜਾ ਕੇ ਕੋਈ ਸਾਨੂੰ ਐਡੀ ਪ੍ਰੋਬਲਮ ਨਹੀਂ, ਵਧੀਆ ਲੱਗਿਆ ਸਾਰਾ ਕੁਛ। ਕਿਸੇ ਨੇ ਇਹੋ ਜਿਹਾ ਪਰਹੇਜ਼ ਨਹੀਂ ਕਰਿਆ ਸਾਡੇ ਨਾਲ ਵੀ ਇੱਦਾਂ ਦਾ ਕੋਈ ਗੱਲ ਨਹੀਂ ਸਾਨੂੰ ਹੋਈ ਆ। ਵੈਸੇ ਸਾਡੇ ਨਾਲ ਮੁਲਾਜ਼ਮ ਸਾਨੂੰ ਉੱਥੇ ਤੱਕ ਛੱਡ ਕੇ ਆਉਂਦੇ ਤੇ ਮੁਲਾਜ਼ਮ ਸਾਨੂੰ ਲੈ ਕੇ ਆਉਂਦੇ ਸੀ ਵਾਪਸ, ਗੇਟ ਤੱਕ ਸਾਡੀਆਂ ਮਿਆਰੀਆਂ ਹੁੰਦੇ ਸੀ। ਦਰੀਆਂ ਸਿਖਾਈਆਂ ਸੀ ਆਪਣੇ ਡਿਜ਼ਾਈਨ ਸੀ ਜਿਹੜੇ ਸਾਨੂੰ ਲੱਗਦੇ ਸੀ ਵੀ ਇਹ ਨਾਰਮਲ ਡਿਜ਼ਾਈਨ ਨੇ, ਉਹ ਡਿਜ਼ਾਈਨ ਅਸੀਂ ਲਗਾ ਕੇ ਦਿੱਤੇ ਉਹਨਾਂ ਨੂੰ ਵੀ ਬਣਾ ਸਕਣ ਜਿਹੜੇ। ਕਿਸੇ ਦੇ ਪ੍ਰੋਡਕਟ ਦੇ ਲਈ ਉਸ ਦੇ ਖਰੀਦਦਾਰ ਦਾ ਆਉਣਾ ਬਹੁਤ ਮਹੱਤਵ ਰੱਖਦਾ ਹੈ, ਪਰ ਬਲਵਾੜ ਬ੍ਰਾਂਡ ਨੇ ਮਿਹਨਤ ਤੇ ਲਗਨ ਨਾਲ ਇੰਨਾ ਕੁ ਨਾਮ ਕਮਾ ਲਿਆ ਹੈ ਕਿ ਉਹਨਾਂ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਐਕਚੁਅਲੀ ਅਸੀਂ ਜਿਸ ਤਰ੍ਹਾਂ ਸਟਾਰਟ ਕੀਤਾ ਇਹ ਪ੍ਰੋਡਕਸ਼ਨ ਹੀ ਸੀ, ਐਂਡ ਇੱਕ ਐਗਜ਼ੀਬਿਸ਼ਨ ਹਰ ਸਾਲ ਅਸੀਂ ਹਿੱਸਾ ਲੈਂਦੇ ਸੀਗੇ ਚੰਡੀਗੜ੍ਹ। ਔਰ ਹੁਣ ਅਸੀਂ ਇੱਕ ਦੁਕਾਨ ਵਿੱਚ ਰਿਟੇਲ ਕਰਦੇ ਹਾਂ ਆਪਣੇ ਸਮਾਨ, ਵੈਨਿਟੀ ਬਾਕਸ, ਔਰ that's the only place I retail। ਉਸ ਤੋਂ ਬਾਅਦ ਅਸੀਂ ਇੱਕ ਵੈਬਸਾਈਟ ਬਣਾਇਆ ਹੈਗਾ, ਉਹਦੇ ਥਰੂ ਆਨਲਾਈਨ ਵਿਕਦਾ ਹੈਗਾ ਕਾਫੀ ਕੁਛ। ਐਂਡ ਸੈਕਿੰਡ ਐਵੇਨਿਊ ਇਜ਼ ਲੋਕਾਂ ਨੂੰ ਜਿਸ ਤਰ੍ਹਾਂ ਇੰਸਟਾਗ੍ਰਾਮ ਤੋਂ ਪਤਾ ਲੱਗਦਾ ਹੈ ਜਾਂ ਫੇਸਬੁੱਕ ਤੋਂ ਪਤਾ ਲੱਗਦਾ ਹੈ ਸਾਡੇ ਬਾਰੇ, ਉਹ ਖੁਦ ਆ ਕੇ ਇੱਥੇ ਖਰੀਦ ਕੇ ਲੈ ਕੇ ਜਾਂਦੇ ਨੇ ਸਮਾਨ। ਇਸ ਵਕਤ ਮੇਰੇ ਕੋਲ ਇੱਕ ਪਟਿਆਲਾ ਵੀ ਇੱਕ ਸ਼ਾਪ ਹੈਗੀ, ਰਾਸਾ ਬਾਏ ਰਸ਼ੀਅਨ ਨੇ ਉਹਨਾਂ ਨੂੰ ਚਲਾ ਉਸ ਸ਼ਾਪ 'ਤੇ ਉਹਨਾਂ ਨੇ, ਔਰ ਉਹਨਾਂ ਨੇ ਵੀ ਸਾਡੀਆਂ ਪ੍ਰੋਡਕਟ ਸਟਾਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਮਿਨੀਏਚਰ ਪੇਂਟਿੰਗਸ ਹੁੰਦੀਆਂ ਨੇ, ਬਹੁਤ ਕਲਾ ਹੈ ਇਹਦੇ ਵਿੱਚ, ਆਫ ਕੋਰਸ ਬਹੁਤ ਹੀ ਟ੍ਰੇਨਿੰਗ ਐਂਡ ਕਲਾ ਦੇ ਨਾਲ ਉਹ ਬਣਾਉਂਦੇ ਨੇ, ਹਾਈ ਲੈਵਲ ਆਫ ਕਲਾ। ਪਰ ਜਿਹੜੀ ਸਾਡੀ ਦਰੀਆਂ ਨੇ ਉਹ ਕੋਈ ਘੱਟ ਨਹੀਂ ਹੈ, ਉਹ ਵੀ ਆਰਟ ਫਾਰਮ ਹੈਗਾ। ਐਂਡ ਆਈ ਥਿੰਕ ਐਜ਼ ਐਨੀ ਆਰਟ ਫਾਰਮ ਇਟ ਸ਼ੁੱਡ ਗੋ ਟੂ ਅ ਮਿਊਜ਼ੀਅਮ। ਸੋ ਆਈ ਵਿਜ਼ੂਅਲਾਈਜ਼ कि ये म्यूजियम भी पहुँचेंगे और बड़े बड़े दुकानों भी पहुँचेंगे।